ਬਰਾੜ ਸਾਹਿਬ ਕੀ ਏਜੰਡਾ ਲੈ ਕੇ ਜਾਓਗੇ? ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ ਤੁਸੀਂ? ਜਿਹੜਾ ਕਿਸਾਨਾਂ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਤੁਹਾਨੂੰ ਕੀ ਲੱਗਦਾ ਕਿਵੇਂ ਤੁਸੀਂ ਪ੍ਰਭਾਵਿਤ ਕਰੋਗੇ ਲੋਕਾਂ ਨੂੰ, ਵੋਟਰਾਂ ਨੂੰ? ਇਕੱਲੇ ਕਿਸਾਨਾਂ ਦਾ ਨਹੀਂ ਇਹ ਹੋ ਸਕਦਾ ਸੀ, ਇਹ ਸਾਰੇ ਸਮਾਜ ਨੂੰ ਨਾਲ ਲੈਣਾ ਸੀ। ਤਾਂ ਹੀ ਇਹਨੂੰ ਇਹਦਾ ਨਾਮ ਦਿੱਤਾ ਸੰਯੁਕਤ ਸਮਾਜ ਮੋਰਚਾ। ਇਹ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਦਿਵਾਉਣਾ ਵੀ ਤੁਹਾਡਾ ਫਰਜ਼ ਹੈ, ਤੁਸੀਂ ਇਹਨੂੰ ਆਪਦਾ ਫਰਜ਼ ਸੰਭਾਲ ਕੇ ਨਿਭਾਓ। ਤਾਂ ਇਸੇ ਦੇ ਤਹਿਤ ਚੱਲਦੇ ਹੋਏ ਸਾਡੀਆਂ ਮੀਟਿੰਗਾਂ ਚੱਲੀਆਂ ਤੇ ਅਸੀਂ ਫਿਰ ਇੱਕ ਸੰਯੁਕਤ ਸਮਾਜ ਮੋਰਚਾ ਬਣਾਇਆ। ਮਤਲਬ ਨਾ ਹੀ ਸਾਡੇ ਕੋਲੇ ਮਨੀ ਪਾਵਰ ਹੈ, ਨਾ ਮਸਲ ਪਾਵਰ ਹੈ, ਉਹਨਾਂ ਦੇ ਬਰਾਬਰ ਸਾਡੇ ਕੋਲੇ ਤਾਂ ਇੱਕ ਲੋਕਾਂ ਦਾ ਪਿਆਰ ਹੈ। ਤੇ ਸਪੀਕਰ ਦੀ ਭੂਮਿਕਾ ਨਿਭਾ ਚੁੱਕੇ ਹੋ, ਮਤਲਬ ਐਮਐਲਏ ਹਲੇ ਬਣੇ ਨਹੀਂ, ਸਪੀਕਰ ਪਹਿਲਾਂ ਬਣ ਗਏ। ਸਪੀਕਰ ਨਹੀਂ ਬਣਿਆ ਸੀ ਮੈਂ, ਉੱਥੇ ਐਗਰੀਕਲਚਰ ਮਿਨਿਸਟਰ ਬਣਿਆ ਸੀ। ਤੇ ਮਤਲਬ ਤੋਮਰ ਨਾਲ ਮੁਕਾਬਲਾ ਸੀਗਾ ਤੁਹਾਡਾ ਉੱਥੇ? ਤੋਮਰ ਦਾ ਰੋਲ ਮੈਂ ਪਲੇ ਕੀਤਾ ਸੀਗਾ ਤੇ ਉਹਦੇ ਚੱਲਦੇ ਹੋਏ ਕਿਸਾਨਾਂ ਨੇ ਸਵਾਲ ਸੂਲ ਕੀਤੇ ਤੇ ਫਿਰ ਮੈਂ ਵੀ ਕਿਸਾਨਾਂ ਦੇ ਹੱਕ ਵਿੱਚ ਅਸਤੀਫਾ ਦੇ ਕੇ ਆ ਗਿਆ ਸੀਗਾ। ਤੁਹਾਨੂੰ ਲੱਗਦਾ ਵੀ ਜਿਹੜਾ ਬੀਜੇਪੀ ਜਾਂ ਕਿਸੇ ਹੋਰ ਸਿਆਸੀ ਧਿਰ ਦੀ ਜਾਂ ਏਜੰਸੀਆਂ ਦੀ ਕੋਈ ਚਾਲ ਹੋਊਗੀ ਵੀ ਕਿਸਾਨਾਂ ਨੂੰ ਪਾਰਟੀਆਂ 'ਚ ਵੰਡ ਕੇ ਉਹਨਾਂ ਦਾ ਕੱਦ ਜਿਹੜਾ ਛੋਟਾ ਕਰ ਲਓ? ਕਿਸਾਨਾਂ ਦੀਆਂ ਜਦੋਂ ਅਸੀਂ ਇੱਥੋਂ ਵੀ ਗਏ ਸੀ, ਸਾਡੀਆਂ ਤਕਰੀਬਨ 32 ਜਥੇਬੰਦੀਆਂ ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਸੀ। ਅਸੀਂ ਮਿਨੀਮਮ ਪ੍ਰੋਗਰਾਮ 'ਤੇ ਇੱਕ ਇਕੱਠੇ ਹੋਏ ਸੀ। ਸਾਡੀ ਆਈਡੀਓਲੋਜੀ, ਸਾਡੇ ਸਿਧਾਂਤ ਯੂਨੀਅਨਾਂ ਦੇ ਅਲੱਗ-ਅਲੱਗ ਹੋਣਗੇ, ਪਰ ਜਦੋਂ ਅਸੀਂ ਵਾਪਸ ਆ ਗਏ, ਜੇ ਅਸੀਂ ਨਾ ਕੋਈ ਇੱਕ ਮੋਰਚਾ ਬਣਾਉਂਦੇ ਤੇ ਅਸੀਂ ਫਿਰ ਉਵੇਂ 32 ਜਥੇਬੰਦੀਆਂ ਦੇ ਵਿੱਚ ਵੰਡ ਕੇ ਰਹਿ ਜਾਣਾ ਸੀ। ਕੋਈ 1000 ਰੁਪਇਆ ਕਹਿ ਰਿਹਾ ਹੈ, ਕੋਈ 2000 ਰੁਪਇਆ ਕਹਿ ਰਿਹਾ ਹੈ, ਤੁਸੀਂ ਕੋਈ ਏਜੰਡਾ ਨਹੀਂ ਲੈ ਕੇ ਆਏ ਹਲੇ, ਕੋਈ ਆਪਣਾ ਜਿਹੜਾ ਚੋਣ ਮੈਨੀਫੈਸਟੋ ਨਹੀਂ ਲੈ ਕੇ ਆਏ। ਜਿਹੜੀਆਂ ਕਿਸਾਨ ਜਥੇਬੰਦੀਆਂ ਚੋਣਾਂ ਦਾ ਵਿਰੋਧ ਕਰ ਰਹੀਆਂ ਨੇ, ਉਹ 'ਚ ਡਾਕਟਰ ਦਰਸ਼ਨਪਾਲ ਹੋਣੀ ਨੇ, ਦੀਪ ਸਿੰਘ ਵਾਲੇ ਦੀ ਪਾਰਟੀ ਆ, ਉਹ ਸਾਰੇ ਬੰਦੇ ਇਹ ਕਹਿ ਰਹੇ ਨੇ, ਇੱਕ ਤਾਂ ਕਹਿੰਦੇ ਵੀ ਨੋਟਾਂ ਨੂੰ ਵੋਟ ਪਾ ਦਿਓ। ਪਰਿਵਾਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਕਈ ਚੀਜ਼ਾਂ ਤੇ ਸਹਿਮਤੀ ਨਹੀਂ ਬਣਦੀ, ਪਰ ਜਿਹੜੀ ਸੱਤਾ ਪ੍ਰਾਪਤੀ ਦੀ ਲਾਲਸਾ ਹੈ ਉਹਨੇ ਤੁਹਾਡੇ 'ਚ ਬਖਰੇਵੇਂ ਖੜੇ ਕਰਤੇ। ਜੇ ਉਹਨੇ ਜੇ ਤਾਜ ਬਖਸ਼ਣਾ ਤਾਂ ਉਹਨੇ ਬਖਸ਼ਣਾ। ਸਾਡਾ ਕੰਮ ਹੈ ਮਿਹਨਤ ਕਰਨਾ। ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਪੰਜਾਬ ਦਾ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪਿੰਡ ਜਿਹੜਾ ਹੈ, ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਵੱਖੋ ਵੱਖਰੀਆਂ ਪਾਰਟੀਆਂ ਆਪੋ ਆਪਣੇ ਦਾਅ ਪੇਚ ਜਿਹੜੇ ਨੇ ਉਹਨਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ ਹੈ। ਇਸੇ ਕੜੀ ਦੇ ਤਹਿਤ ਕਿਸਾਨਾਂ ਵੱਲੋਂ ਵੀ ਕਈ ਕਿਸਾਨ ਜਿਹੜੇ ਨੇ, ਕਿਸਾਨ ਜਥੇਬੰਦੀਆਂ ਨੇ, ਕਿਸਾਨਾਂ ਵੱਲੋਂ ਵੀ ਚੋਣਾਂ ਲੜਨ ਦਾ ਜਿਹੜਾ ਐਲਾਨ ਕੀਤਾ ਗਿਆ, ਉਹਦੇ ਨਾਲ ਵੀ ਦੇਖਦੇ ਹਾਂ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਤੇ ਕੀ ਅਸਰ ਪਊਗਾ। ਰਾਜੇਵਾਲ ਹੋਰੀ ਜਿਹੜੇ ਨੇ, ਕਈ ਜਥੇਬੰਦੀਆਂ ਨੇ, ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਤੇ ਵੱਡੀ ਗੱਲ ਇਹ ਹੈ ਕਿ ਗੁਰਨਾਮ ਸਿੰਘ ਚੜੂਨੀ ਨਾਲ ਜਿਹੜੇ ਮਤਭੇਦ ਚੱਲ ਰਹੇ ਸੀਗੇ ਉਹ ਵੀ ਮਿਟਾ ਕੇ 10 ਸੀਟਾਂ 'ਤੇ ਇਹਨਾਂ ਦੀ ਸਹਿਮਤੀ ਬਣ ਗਈ ਹੈ। ਗੁਰਨਾਮ ਸਿੰਘ ਚੜੂਨੀ ਨੂੰ 10 ਸੀਟਾਂ ਜਿਹੜੀਆਂ ਦੇਣ ਦਾ ਐਲਾਨ ਕੀਤਾ ਗਿਆ ਜਾਂ ਸਹਿਮਤੀ ਬਣ ਗਈ ਹੈ। ਤੇ ਅੱਜ ਅਸੀਂ ਇਸ ਤਮਾਮ ਮੁੱਦਿਆਂ 'ਤੇ ਲੈ ਕੇ ਕਿਸਾਨੀ ਕਿੰਨਾ ਕੁ ਕਿੱਥੇ ਤੱਕ ਪਹੁੰਚ ਕਰੂ, ਕਿੰਨੀਆਂ ਸੀਟਾਂ ਮਿਲਣਗੀਆਂ, ਕੀ ਏਜੰਡਾ ਰਹੂਗਾ, ਇਹ ਸਾਰੀਆਂ ਗੱਲਾਂ ਦੇ ਬਾਬਤ ਗੱਲਬਾਤ ਕਰਨ ਦੇ ਲਈ ਮੋਹਾਲੀ ਪਹੁੰਚੇ ਹਾਂ, ਜਿੱਥੋਂ ਨੌਜਵਾਨ ਆਗੂ ਕਿਸਾਨਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਨਵੀਂ ਸੋਚ ਨਵਾਂ ਆਗਾਜ਼ ਦੇ ਤਹਿਤ ਰਵਨੀਤ ਬਰਾੜ ਜਿਹੜੇ ਨੇ ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ, ਅੱਜ ਸਾਡੇ ਨਾਲ ਗੱਲਬਾਤ ਕਰਨਗੇ। ਬਰਾੜ ਸਾਹਿਬ, ਤੁਹਾਡਾ ਗਲੋਬਲ ਪੰਜਾਬ ਟੀਵੀ 'ਤੇ ਸਵਾਗਤ ਹੈ ਜੀ। ਜੀ ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਟਾਈਮ ਟੂ ਟਾਈਮ ਦਰਸ਼ਕਾਂ ਦੇ ਰੂਬਰੂ ਕਰਦੇ ਰਹਿੰਦੇ ਆ, ਥੈਂਕ ਯੂ ਵੈਰੀ ਮੱਚ। ਬਰਾੜ ਸਾਹਿਬ ਕੀ ਏਜੰਡਾ ਲੈ ਕੇ ਜਾਓਗੇ? ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ ਤੁਸੀਂ? ਜਿਹੜਾ ਕਿਸਾਨਾਂ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਤੁਹਾਨੂੰ ਕੀ ਲੱਗਦਾ ਕਿਵੇਂ ਤੁਸੀਂ ਪ੍ਰਭਾਵਿਤ ਕਰੋਗੇ ਲੋਕਾਂ ਨੂੰ, ਵੋਟਰਾਂ ਨੂੰ? ਦੇਖੋ, ਪਹਿਲਾਂ ਤਾਂ ਕਿਸਾਨਾਂ ਨੇ ਇਹ ਫੈਸਲਾ ਲਿਆ ਕਿਉਂ, ਇੱਕ ਬੜਾ ਵੱਡਾ ਕੁਐਸਚਨ ਹੈ, ਕਿਉਂਕਿ ਅਸੀਂ ਤਾਂ ਇੱਕ ਆਮ ਪਰਿਵਾਰਾਂ ਦੇ ਵਿੱਚੋਂ ਨਿਕਲੇ ਹੋਏ ਹਾਂ। ਨਾ ਹੀ ਸਾਡੀ ਕੋਈ ਪੀੜ੍ਹੀ ਦੇ ਵਿੱਚ ਕੋਈ ਕਿਸੇ ਨੇ ਸਿਆਸਤ ਕੀਤੀ ਹੈ, ਸਾਡੇ ਤਾਂ ਕੋਈ ਮੈਂਬਰ ਪੰਚਾਇਤ ਵੀ ਨਹੀਂ ਬਣਿਆ। ਅਤੇ ਫੈਸਲਾ ਲੈਣ ਦਾ ਬੜਾ ਵੱਡਾ ਕਾਰਨ ਸੀ ਇਹਦੇ ਪਿੱਛੇ। ਕਾਰਨ ਇਹ ਸੀਗਾ ਵੀ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਅੰਦੋਲਨ ਕਰਕੇ, ਤੇ ਸਾਨੂੰ ਅਕਸਰ ਲੋਕਾਂ ਨੇ ਜਿੱਥੇ ਜਿੱਥੇ ਸਾਡਾ ਸਵਾਗਤ ਕੀਤਾ, ਨਾਲ ਹੀ ਇੱਕ ਗੁਜ਼ਾਰਿਸ਼ ਕੀਤੀ ਵੀ ਸਾਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਇਹਨਾਂ ਤੋਂ ਵੀ ਛੁਟਕਾਰਾ ਦਿਵਾਓ, ਵੀ ਵੱਡਾ ਅੰਦੋਲਨ ਆਪਾਂ ਜਿੱਤ ਕੇ ਆ ਗਏ, ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਦਿਵਾਉਣਾ ਵੀ ਤੁਹਾਡਾ ਫਰਜ਼ ਹੈ, ਤੁਸੀਂ ਇਹਨੂੰ ਆਪਦਾ ਫਰਜ਼ ਸੰਭਾਲ ਕੇ ਨਿਭਾਓ। ਤਾਂ ਇਸੇ ਦੇ ਤਹਿਤ ਚੱਲਦੇ ਹੋਏ ਸਾਡੀਆਂ ਮੀਟਿੰਗਾਂ ਚੱਲੀਆਂ ਤੇ ਅਸੀਂ ਫਿਰ ਇੱਕ ਸੰਯੁਕਤ ਸਮਾਜ ਮੋਰਚਾ ਬਣਾਇਆ, ਕਿਉਂਕਿ ਇਕੱਲੇ ਕਿਸਾਨਾਂ ਦਾ ਨਹੀਂ ਇਹ ਹੋ ਸਕਦਾ ਸੀ, ਇਹ ਸਾਰੇ ਸਮਾਜ ਨੂੰ ਨਾਲ ਲੈਣਾ ਸੀ। ਤਾਂ ਹੀ ਇਹਨੂੰ ਇਹਦਾ ਨਾਮ ਦਿੱਤਾ ਸੰਯੁਕਤ ਸਮਾਜ ਮੋਰਚਾ। ਸੋ ਉਹੀ ਜਿਵੇਂ ਪਹਿਲਾ ਮੋਰਚਾ ਲੋਕਾਂ ਨੇ ਲੜਿਆ, ਇਹ ਵੀ ਇੱਕ ਦੂਜਾ ਮੋਰਚਾ ਵਿੱਢਿਆ ਸੀ ਜਿਹੜਾ ਲੋਕ ਹੀ ਲੜਨਗੇ, ਕਿਉਂਕਿ ਨਾ ਹੀ ਤਾਂ ਸਾਡੇ ਕੋਲੇ ਇੱਕ ਉਹਨਾਂ ਕੋਲੇ ਮਤਲਬ ਨਾ ਹੀ ਸਾਡੇ ਕੋਲੇ ਮਨੀ ਪਾਵਰ ਹੈ, ਨਾ ਮਸਲ ਪਾਵਰ ਹੈ, ਉਹਨਾਂ ਦੇ ਬਰਾਬਰ ਸਾਡੇ ਕੋਲੇ ਤਾਂ ਇੱਕ ਲੋਕਾਂ ਦਾ ਪਿਆਰ ਹੈ। ਜਿਹੜਾ ਆਮ ਲੋਕ ਕਿਸੇ ਘਰ ਵਿੱਚ ਬੈਠਾ, ਕੋਈ ਮਾਤਾ ਬੈਠੀ, ਕੋਈ ਭੈਣ, ਜਾਂ ਸਭ ਤੋਂ ਵੱਡੀ ਜਿਹੜੀ ਯੂਥ ਹੈ ਸਾਡਾ, ਉਹਦੀ ਸਾਡੇ ਕੋਲੇ ਪਾਵਰ ਹੈ ਵੀ ਬੇਸ਼ੱਕ ਉਹ ਬਾਹਰ ਨਿਕਲ ਕੇ ਘੱਟ ਆਉਣ, ਪਰ
ਜਦੋਂ ਵੋਟ ਪਾਉਣੀ ਆ ਉਦੋਂ ਕਿਸਾਨੀ ਮੁੱਦਿਆਂ ਤੇ ਵੋਟ ਪਾਉਣਗੇ। ਆ ਸੰਯੁਕਤ ਸਮਾਜ ਮੋਰਚੇ ਨੂੰ ਪਾਵਾਂਗੇ। ਇਹੀ ਸਾਡਾ ਇੱਕ ਮੁੱਖ ਉਦੇਸ਼ ਹੈ। ਇਹਦੇ ਚੱਲਦੇ ਹੋਏ ਅਸੀਂ ਸਾਰੇ ਫੈਸਲੇ ਲਏ ਆ। ਤੁਸੀਂ ਮੋਹਾਲੀ ਤੋਂ ਉਮੀਦਵਾਰ ਹੋ, ਪਰ ਤੁਹਾਡੇ ਕੋਲ ਜਿਹੜਾ ਤਜਰਬਾ ਹੈ ਇਹ ਸਿਆਸੀ ਤਜਰਬਾ, ਸਪੀਕਰ ਵਾਲਾ ਤਜਰਬਾ ਜਿਹੜਾ ਪਹਿਲਾਂ ਹੀ ਆ ਚੁੱਕਿਆ ਹੈ। ਜਦੋਂ ਕਿਸਾਨਾਂ ਦੀ ਪਾਰਲੀਮੈਂਟ ਚੱਲਦੀ ਸੀ ਦਿੱਲੀ, ਪਤਾ ਲੱਗਿਆ ਵੀ ਤੁਸੀਂ ਉੱਥੇ ਸਪੀਕਰ ਦੀ ਭੂਮਿਕਾ ਨਿਭਾ ਚੁੱਕੇ ਹੋ। ਮਤਲਬ MLA ਹਲੇ ਬਣੇ ਨਹੀਂ, ਸਪੀਕਰ ਪਹਿਲਾਂ ਬਣ ਗਏ। ਨਹੀਂ, ਮੈਂ ਉੱਥੇ ਸਪੀਕਰ ਨਹੀਂ ਬਣਿਆ ਸੀ, ਮੈਂ ਉੱਥੇ ਐਗਰੀਕਲਚਰ ਮਿਨਿਸਟਰ ਬਣਿਆ ਸੀ। ਇਹ ਐਡੂ ਹੀ ਮਤਲਬ ਤੋਮਰ ਨਾਲ ਮੁਕਾਬਲਾ ਸੀਗਾ ਤੁਹਾਡਾ ਉੱਥੇ। ਉਹ ਇੱਕ ਰੋਲ ਪਲੇ ਕੀਤਾ ਸੀ ਅਸੀਂ ਤਾਂ ਤੋਮਰ ਦਾ ਰੋਲ ਮੈਂ ਪਲੇ ਕੀਤਾ ਸੀਗਾ। ਤੇ ਉਹਦੇ ਚੱਲਦੇ ਹੋਏ ਕਿਸਾਨਾਂ ਨੇ ਸਵਾਲ ਸੂਲ ਕੀਤੇ ਤੇ ਫਿਰ ਮੈਂ ਵੀ ਕਿਸਾਨਾਂ ਦੇ ਹੱਕ ਵਿੱਚ ਅਸਤੀਫਾ ਦੇ ਕੇ ਆ ਗਿਆ ਸੀਗਾ। ਪਰ ਉਦੋਂ ਇੱਕ ਪ੍ਰਣ ਕੀਤਾ ਸੀਗਾ ਵੀ ਅਸੀਂ ਵੀ ਆਮ ਪਰਿਵਾਰਾਂ ਦੇ, ਜਦੋਂ ਬਾਅਦ ਚ ਡਿਬੇਟ ਅਸੀਂ ਪ੍ਰੈਸ ਦੇ ਰੂਬਰੂ ਹੋਏ, ਇੱਕ ਪ੍ਰਣ ਇਹ ਕੀਤਾ ਸੀ ਵੀ ਆਮ ਪਰਿਵਾਰਾਂ ਦੇ ਵਿੱਚੋਂ ਨਿਕਲੇ ਆ ਵੀ ਅਸੀਂ ਵੀ ਜ਼ਰੂਰ ਇਸ ਕੋਸ਼ਿਸ਼ ਕਰਾਂਗੇ ਵੀ ਕਿਤੇ ਨਾ ਕਿਤੇ ਲੜ ਕੇ ਇਸ ਪਾਰਲੀਮੈਂਟ ਦੇ ਵਿੱਚ ਪਹੁੰਚੀਏ, ਤਾਂ ਕਿ ਜਿਹੜੇ ਲੋਕਾਂ ਦੇ ਜਿਹੜੇ ਮੁੱਦੇ ਹੈ, ਜੇ ਅਸੀਂ ਦਰੀਆਂ ਵਿਛਾ ਕੇ ਹੱਲ ਕਰਾ ਸਕਦੇ ਹਾਂ, ਜੇ ਅਸੀਂ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਉੱਥੇ ਕਿਉਂ ਨਹੀਂ ਹੱਲ ਕਰ ਸਕਦੇ, ਅਸੀਂ ਕਿਉਂ ਨਹੀਂ ਪਹਿਲਾਂ ਰੌਲਾ ਪਾ ਸਕਦੇ। ਸੋ ਬੜਾ ਐਕਸਪੋਜਰ ਮਿਲਿਆ, ਬੜਾ ਕੁਝ ਸਿੱਖਣ ਨੂੰ ਮਿਲਿਆ ਇਸ ਅੰਦੋਲਨ ਦੇ ਵਿੱਚੋਂ। ਇਹਨੇ ਇੱਕ ਨੌਜਵਾਨੀ ਨੂੰ ਖਾਸ ਕਰਕੇ ਨਵੀਂ ਰਾਹ ਦਿੱਤੇ ਹੈ, ਜਿਹਦੇ 'ਤੇ ਅਸੀਂ ਚੱਲ ਕੇ ਪੰਜਾਬ ਨੂੰ ਬਚਾਉਣ ਆਏ ਹਾਂ। ਪਰਮਾਤਮਾ ਸਾਡੇ ਨਾਲ ਹੈ, ਲੋਕ ਸਾਡੇ ਨਾਲ ਹੈ, ਤੇ ਨਵੀਆਂ ਅਸੀਂ ਕਹਿੰਦੇ ਹੁੰਦੇ ਤਰੰਗਾਂ ਤੇ ਉਮੰਗਾਂ ਨਾਲ ਅਸੀਂ ਇਹ ਸਾਰਾ ਅੰਦੋਲਨ ਦਾ ਜਿਵੇਂ ਪਹਿਲਾਂ ਜਿੱਤਿਆ ਸੀ ਉਵੇਂ ਇਹ ਜਿੱਤਾਂਗੇ। ਜਿਹੜੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਬਣਾਇਆ ਗਿਆ ਸੀ ਤੇ ਉਹ ਗਲੋਬਲ ਪੱਧਰ ਤੇ ਪੂਰੇ ਵਿਸ਼ਵ ਦੇ ਵਿੱਚ ਮਤਲਬ ਆਪਣੀ ਮਸ਼ਹੂਰੀ ਖੱਟ ਗਿਆ, ਜਾਂ ਲੋਕਾਂ 'ਚ ਲੋਕਪ੍ਰਿਯਤਾ ਜਿਹੜੀ ਉਹਦੀ ਹੋ ਗਈ ਸੀਗੀ, ਆਪਣੇ ਆਪ ਦੇ ਵਿੱਚ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਗਿਆ ਸੀ ਉਹ ਸੰਯੁਕਤ ਕਿਸਾਨ ਮੋਰਚਾ। ਕੀ ਤੁਹਾਨੂੰ ਲੱਗਦਾ ਵੀ ਜਿਹੜਾ BJP ਜਾਂ ਕਿਸੇ ਹੋਰ ਸਿਆਸੀ ਧਿਰ ਦੀ ਜਾਂ ਏਜੰਸੀਆਂ ਦੀ ਕੋਈ ਚਾਲ ਹੋਊਗੀ ਵੀ ਕਿਸਾਨਾਂ ਨੂੰ ਪਾਰਟੀਆਂ 'ਚ ਵੰਡ ਕੇ ਉਹਨਾਂ ਦਾ ਕੱਦ ਜਿਹੜਾ ਛੋਟਾ ਕਰ ਲਓ, ਸਿਆਸੀ ਪਾਰਟੀਆਂ 'ਚ ਵੰਡ ਕੇ? ਦੇਖੋ, ਕਿਸਾਨ ਪਹਿਲਾਂ ਤਾਂ ਵੰਡੇ ਨਹੀਂ ਗਏ। ਕਿਸਾਨਾਂ ਦੀਆਂ ਜਦੋਂ ਅਸੀਂ ਇੱਥੋਂ ਵੀ ਗਏ ਸੀ, ਸਾਡੀਆਂ ਤਕਰੀਬਨ 32 ਜਥੇਬੰਦੀਆਂ ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਸੀ, ਅਸੀਂ ਮਿਨੀਮਮ ਪ੍ਰੋਗਰਾਮ 'ਤੇ ਇਕੱਠੇ ਹੋਏ ਸੀ। ਸਾਡੀ ਆਈਡੀਓਲੋਜੀ, ਸਾਡੇ ਸਿਧਾਂਤ ਯੂਨੀਅਨਾਂ ਦੇ ਅਲੱਗ-ਅਲੱਗ ਹੋਣਗੇ, ਪਰ ਜਦੋਂ ਅਸੀਂ ਵਾਪਸ ਆ ਗਏ, ਜੇ ਅਸੀਂ ਨਾ ਕੋਈ ਇੱਕ ਮੋਰਚਾ ਬਣਾਉਂਦੇ ਤੇ ਅਸੀਂ ਫਿਰ ਉਵੇਂ 32 ਜਥੇਬੰਦੀਆਂ ਦੇ ਵਿੱਚ ਵੰਡ ਕੇ ਰਹਿ ਜਾਣਾ ਸੀ, ਸਾਡੀ ਕੋਈ ਪਾਵਰ ਨਹੀਂ ਸ਼ੋ ਹੋਣੀ ਸੀ। ਇਸੇ ਕਰਕੇ ਜਿਹੜੀ ਸਟਰੈਂਥ ਹੈ, ਜਿਹੜੀ ਲੋਕਾਂ ਨੇ ਸਾਡੀ ਆਵਾਜ਼ ਸੀ ਵੀ ਸਾਡੀ ਤੁਸੀਂ ਆਵਾਜ਼ ਬਣੋ, ਆਮ ਲੋਕਾਂ ਦੀ ਆਵਾਜ਼ ਬਣੋ, ਉਹਦੇ ਲਈ ਇਹਨੂੰ ਇਕੱਠਾ ਕਰਨਾ ਬਹੁਤ ਜ਼ਰੂਰੀ ਸੀ। ਅਸੀਂ ਵੀ ਬੜਾ ਸੋਚ ਸਮਝ ਕੇ ਫੈਸਲਾ ਲਿਆ। ਕਿਸਾਨ ਜਥੇਬੰਦੀਆਂ ਇਹਦੇ ਨਾਲ ਕਮਜ਼ੋਰ ਨਹੀਂ ਹੋਈਆਂ, ਸਗੋਂ ਕਿਸਾਨ ਇਹਦੇ ਨਾਲ ਸਟਰੋਂਗ ਹੋ ਗਏ, ਕਿਉਂਕਿ ਇੱਕ ਪੋਲੀਟੀਕਲ ਫਰੰਟ ਦੇਤਾ। ਕੱਲ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਸ ਟਾਈਮ ਜਦੋਂ ਬਹੁਤ ਜੰਗਲ ਦੇ ਵਿੱਚ ਅੱਗ ਲੱਗੀ ਸੀ ਤੇ ਉਦੋਂ ਕਿਸੇ ਨੇ ਪਾਣੀ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਸ ਜੰਗਲ ਤੇ। ਅਸੀਂ ਉਹ ਧਿਰ ਹੋਵਾਂਗੇ ਜਿਨ੍ਹਾਂ ਨੇ ਉਹ ਪਾਣੀ ਪਾਉਣ ਦੀ ਸ਼ੁਰੂਆਤ ਕੀਤੀ। ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਕਿੰਨੇ ਭਖਦੇ ਦੇ ਮਸਲੇ, ਕੀ ਕੁਝ ਹੋਈ ਜਾਂਦਾ। ਬੇਰੁਜ਼ਗਾਰੀ ਸਿਰੇ ਤੇ ਹੈ, ਨਸ਼ਾ ਸਿਰੇ ਤੇ ਹੈ, ਅਨਐਮਪਲੋਇਮੈਂਟ ਦਾ ਤੇ ਤੁਸੀਂ ਦੂਸਰਾ ਯੂਥ ਬਾਹਰ ਜਾ ਰਿਹਾ, ਕਰਪਸ਼ਨ ਸਿਰੇ ਤੇ ਹੈ। ਇਹ ਸਾਰੇ ਮੁੱਦਿਆਂ ਨੂੰ ਕਿਤੇ ਨਾ ਕਿਤੇ ਜਿਹੜੀ ਲੜਾਈ ਇਹਨਾਂ ਖਿਲਾਫ ਲੜਨੀ ਪੈਣੀ ਸੀ, ਵਿੱਢਣੀ ਪੈਣੀ ਸੀ, ਉਹ ਅਸੀਂ ਲੜਾਈ ਵਿੱਢੀ ਹੈ ਤੇ ਅਖੀਰ ਤੱਕ ਦੇਖੋ ਲੋਕ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਦਾ ਆਪਣਾ ਤਜਰਬਾ, ਉਹਨਾਂ ਨੂੰ ਪਤਾ ਹੈ ਵੀ ਲੋਕਾਂ ਨੂੰ ਕੋਈ ਨਾ ਕੋਈ ਲਾਲਚ ਦੇ ਰਹੇ ਨੇ, ਵੀ ਜਿਹੜਾ ਵੋਟਰ ਹੁੰਦਾ ਲਾਲਚ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਭਰਮ ਜਾਲ ਦੇ ਵਿੱਚ ਆ ਜਾਂਦਾ। ਕੋਈ ਇੱਕ 600 ਯੂਨਿਟ ਕਹਿ ਰਿਹਾ, ਕੋਈ 800 ਯੂਨਿਟ ਕਹਿ ਰਿਹਾ, ਕੋਈ 1000 ਰੁਪਇਆ ਕਹਿ ਰਿਹਾ, ਕੋਈ 2000 ਰੁਪਇਆ ਕਹਿ ਰਿਹਾ। ਤੁਸੀਂ ਕੋਈ ਏਜੰਡਾ ਨਹੀਂ ਲੈ ਕੇ ਆਏ ਹਲੇ, ਕੋਈ ਆਪਣਾ ਜਿਹੜਾ ਚੋਣ ਮੈਨੀਫੈਸਟੋ ਨਹੀਂ ਲੈ ਕੇ ਆਏ। ਸਾਡੀ ਜਿਹੜੀ ਮੈਨੀਫੈਸਟੋ ਦੀ ਕਮੇਟੀ ਹੈ ਉਹਦੇ ਤੇ ਵਰਕ ਕਰੀ ਜਾਂਦੀ ਹੈ। ਪਹਿਲਾਂ ਅਸੀਂ ਟਿਕਟਸ ਅਨਾਉਂਸ ਕਰ ਦਈਏ ਸਾਰੀਆਂ, ਆਈ ਥਿੰਕ ਹੋਰ ਅਨਾਉਂਸ ਹੋ ਜਾਣੀਆਂ। ਜਿਵੇਂ ਟਿਕਟਸ ਅਨਾਉਂਸ ਹੋਣਗੀਆਂ ਉਦੋਂ ਬਾਅਦ ਅਸੀਂ ਮੈਨੀਫੈਸਟੋ ਲੈ ਕੇ ਆਵਾਂਗੇ। ਮੈਨੀਫੈਸਟੋ ਅਸੀਂ ਲੋਕਾਂ ਤੋਂ ਸੁਝਾਅ ਮੰਗ ਲਏ, ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗ ਲਏ। ਜਿਵੇਂ ਇੱਕ ਯੂਥ ਦਾ ਪੰਜਾਬ ਗਰੁੱਪ ਹੈ, ਉਹਦਾ ਮੈਨੀਫੈਸਟੋ ਅਸੀਂ ਉਹਦੇ ਤੋਂ ਲਿਆ, ਕੁਛ ਚੀਜ਼ਾਂ ਹੋਰ ਪੰਜਾਬ 'ਚੋਂ ਸੁਝਾਅ ਮੰਗ ਲਏ, ਵੀ ਫਿਰ ਉਹਦਾ ਬਰੀਕੀ ਨਾਲ ਨਿਰੀਖਣ ਕਰਕੇ ਉਹਨੂੰ ਮੈਨੀਫੈਸਟੋ ਦੇ ਵਿੱਚ ਪਾਇਆ ਜਾਊਗਾ। ਕਿਉਂਕਿ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਆਮ ਵਰਗ ਦੀਆਂ ਮੁਸ਼ਕਲਾਂ ਕੀ ਹੈ। 1000 ਰੁਪਈਆ ਜਾਂ 2000 ਰੁਪਈਆ ਜਾਂ ਮੋਬਾਈਲ ਜਾਂ ਸਕੂਟੀ ਦੇ ਕੇ ਇਹ ਹੱਲ ਨਹੀਂ ਹੋਣ ਵਾਲੀਆਂ। ਇਹ ਜੌਬ ਕ੍ਰੀਏਟ ਕਰਨੀਆਂ ਪੈਣੀਆਂ, ਇਹ ਆਪਾਂ ਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਕਰਨੀ ਪੈਣੀ ਹੈ, ਪਾਣੀ ਦੇ ਮਸਲੇ ਹੱਲ ਕਰਨੇ ਪੈਣੇ ਆ, ਅਨਐਮਪਲੋਇਮੈਂਟ ਜਿਹੜੀ ਹੈ ਉਹ ਦੂਰ ਕਰਨੀ ਪੈਣੀ ਹੈ। ਕਿਉਂਕਿ ਜੇ ਯੂਥ ਨੂੰ ਅਸੀਂ ਅਨਐਮਪਲੋਇਡ ਰੱਖਿਆ ਤਾਂ ਯੂਥ ਮਾੜੇ ਰਸਤੇ ਪੈ ਜਾਂਦਾ। ਜਦੋਂ ਬੰਦਾ ਕਹਿੰਦੇ ਹੁੰਦੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਤੇ ਜੇ ਉਹ ਕੰਮ ਕਰਦਾ ਤਾਂ ਆਪੇ ਸਿੱਧੇ ਰਾਹ ਚੱਲਦਾ ਰਹਿੰਦਾ। ਸੋ ਅਸੀਂ ਇੱਕ ਸਿੱਧਾ ਰਾਹ ਤੋਰਨ ਆਏ ਹਾਂ ਪੰਜਾਬ ਨੂੰ। ਇਹਦੇ 'ਚ ਮੈਨੀਫੈਸਟੋ ਵੀ ਆਊਗਾ, ਸਾਰਾ ਕੁਝ ਆਊਗਾ। ਕਮਿੰਗ ਡੇਜ਼ ਦੇ ਵਿੱਚ ਸਾਰਾ ਕੁਝ ਆ ਰਿਹਾ। ਜਿਹੜੀਆਂ ਕਿਸਾਨ ਜਥੇਬੰਦੀਆਂ ਚੋਣਾਂ ਦਾ ਵਿਰੋਧ ਕਰ ਰਹੀਆਂ ਨੇ, ਉਹ 'ਚ ਡਾਕਟਰ ਦਰਸ਼ਨਪਾਲ ਹੋਣੀ ਨੇ, ਦੀਪ ਸਿੰਘ ਵਾਲੇ ਦੀ ਪਾਰਟੀ ਆ, ਉਹ ਸਾਰੇ ਬੰਦੇ ਇਹ ਕਹਿ ਰਹੇ ਨੇ, ਇੱਕ ਤਾਂ ਕਹਿੰਦੇ ਵੀ ਨੋਟਾਂ ਨੂੰ ਵੋਟ ਪਾ ਦਿਓ, ਉਹ ਤਾਂ ਜਮਾਂ ਹੀ ਤੁਹਾਡੇ ਨਾਲ ਨਾਤਾ ਤੋੜ ਰਹੇ ਆ। ਕਮ ਸੇ ਕਮ ਉਹਨਾਂ ਨੂੰ ਇਹ ਅਪੀਲ ਤਾਂ ਕਰ ਲਓ ਵੀ ਭਾਈ ਜੇ ਆਪਣਾ ਮਾਰੂਗਾ ਤਾਂ ਛਾਵੇਂ ਤਾਂ ਗੇਰੂਗਾ, ਵੀ ਤੁਹਾਨੂੰ ਵੋਟ ਦੀ ਤਾਂ ਗੱਲ ਕਰ ਸਕਦਾ ਜੇ ਇਹਨਾਂ ਨੇ ਵੋਟਾਂ 'ਚ ਨਹੀਂ ਹਿੱਸਾ ਲੈਣਾ। ਦੇਖੋ, ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਉਹ ਸਾਡੇ ਹੀ ਭਰਾ, ਸਾਡਾ ਹੀ ਪਰਿਵਾਰ ਹੈ। ਪਰਿਵਾਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਕਈ ਚੀਜ਼ਾਂ 'ਤੇ ਸਹਿਮਤੀ ਨਹੀਂ ਬਣਦੀ।
ਪਰ ਜੇ ਕੋਈ ਪਰਿਵਾਰ ਦੇ ਕੁਝ ਬੰਦੇ ਇੱਕ ਪਾਸੇ ਜਾਂਦੇ ਆ ਬਹੁਤ ਸਹਿਮਤੀ ਵੱਲ, ਦੂਜਾ ਪਰਿਵਾਰ ਆਪੇ ਹੀ ਆ ਜਾਂਦਾ। ਬੇਸ਼ੱਕ ਉਹਦੇ ਆਉਣ ਦੇ ਤਰੀਕੇ ਡਿਫਰੈਂਟ ਹੁੰਦੇ ਆ। ਇਹ ਨਹੀਂ ਹੋ ਸਕਦਾ ਵੀ ਉਹ ਨਾਲ ਚੱਲ ਪਏ, ਕਈ ਵਾਰੀ ਨਾਲ ਨਹੀਂ ਚੱਲਿਆ ਜਾਂਦਾ ਹੁੰਦਾ, ਪਰ ਇਹ ਵੀ ਨਹੀਂ ਕਿਸੇ ਨੂੰ ਕਹਿ ਸਕਦਾ ਹੁੰਦਾ ਵੀ ਮੇਰੇ ਪਰਿਵਾਰ ਦੇ ਬੰਦਿਆਂ ਦਾ ਤੁਸੀਂ ਮਾੜਾ ਕਰ ਦਿਓ। ਉਹ ਬੇਸ਼ੱਕ ਸਾਡੇ ਤੋਂ ਪਾਸੇ ਹੈਗੇ ਆ, ਪਰ ਜਿਹੜੀ ਸੱਤਾ ਪ੍ਰਾਪਤੀ ਦੀ ਲਾਲਸਾ ਹੈ ਉਹਨੇ ਤੁਹਾਡੇ 'ਚ ਬਖਰੇਵੇਂ ਖੜੇ ਕਰਤੇ। ਨਹੀਂ, ਸੱਤਾ ਪ੍ਰਾਪਤੀ ਦੀ ਨਹੀਂ ਜੀ, ਪੰਜਾਬ ਨੂੰ ਬਚਾਉਣ ਦੀ। ਸੱਤਾ ਤਾਂ ਦੇਖੋ ਪ੍ਰਮਾਤਮਾ ਨੇ ਬਖਸ਼ਣੀ ਹੈ, ਜੇ ਤਾਜ ਬਖਸ਼ਣਾ ਤਾਂ ਉਹਨੇ ਬਖਸ਼ਣਾ। ਸਾਡਾ ਕੰਮ ਹੈ ਮਿਹਨਤ ਕਰਨਾ। ਅਸੀਂ ਜਿਸ ਦਿਨ ਅੰਦੋਲਨ ਜਿੱਤਣ ਗਏ ਸੀਗੇ, ਅਸੀਂ ਕੋਈ ਉੱਥੇ ਇਹ ਨਹੀਂ ਕਰਨ ਗਏ ਸੀ ਵੀ ਅਸੀਂ ਬਹੁਤ ਵੱਡੇ ਚਿਹਰੇ ਬਣ ਕੇ ਆ ਜਾਾਂਗੇ। ਸਾਨੂੰ ਤਾਂ ਅਸੀਂ ਵੀ ਚੱਲੇ ਆ ਉੱਥੇ, ਜਿਹੜੀਆਂ ਸਾਡੀਆਂ ਮੰਗਾਂ ਉਹ ਮਨਾ ਕੇ ਅਸੀਂ ਆ ਜਾਾਂਗੇ, ਜਾਂ ਜਿੰਨੀ ਜਲਦੀ ਮੰਗ ਲੈਣਗੇ। ਪਰ ਉਸ ਅੰਦੋਲਨ ਦੇ ਚੱਲਦੇ ਕੀ ਤੁਹਾਨੂੰ ਲੱਗਦਾ ਵੀ ਮੰਗਾਂ ਮੰਨਣ ਨਾਲ ਜਿਹੜਾ ਆਪਣੀ ਜਿੱਤ ਹੋਊਗੀ? ਕਿਉਂਕਿ ਹਲੇ ਉਹ ਦੂਜੀਆਂ ਕਿਸਾਨ ਜਥੇਬੰਦੀਆਂ ਇਹ ਕਹਿ ਰਹੇ ਆ ਵੀ ਹਲੇ ਜਿੱਤ ਬਾਕੀ ਹੈ, ਕਿਉਂਕਿ MSP ਵਾਲੀ ਜਿਹੜੀ ਜਿੱਤ ਹੈ ਉਹ ਬਾਕੀ ਹੈ। ਉਹ ਤੋਂ ਬਿਨਾਂ ਹੀ ਤੁਸੀਂ ਪਹਿਲਾਂ ਹਟ ਕੇ ਪਿੱਛੇ, ਜਾਂ ਕੀ ਲੱਗਦਾ ਜੇ ਸੱਤਾ ਦੇ ਵਿੱਚ ਆ ਗਏ, ਸਪੋਜ਼ ਕਰੋ ਤੁਸੀਂ ਪਾਰਟੀ ਕਿਸਾਨਾਂ ਦੀ ਜਿੱਤ ਜਾਂਦੀ ਹੈ, ਫਿਰ ਆਪਣੇ ਇੱਕ ਛੋਟਾ ਜਿਹਾ ਪੰਜਾਬ ਆ, ਆਪਾਂ ਲੜਾਈ ਭਾਰਤ ਨਾਲ ਲੜਨੀ ਹੈ। ਦੇਖੋ, ਪਹਿਲੀ ਗੱਲ ਤਾਂ ਛੋਟਾ ਵੱਡਾ ਨਹੀਂ ਹੁੰਦਾ, ਜਦੋਂ ਬੰਦੇ ਨੂੰ ਅੱਗੇ ਤੁਰਨ ਦੀ ਲੋੜ ਹੁੰਦੀ ਹੈ। ਜੈਸੇ ਅੰਦੋਲਨ ਆਪਾਂ ਸ਼ੁਰੂ ਕੀਤਾ, ਪਹਿਲਾਂ 2-3 ਜਥੇਬੰਦੀਆਂ ਨੇ ਮੀਟਿੰਗਾਂ ਕੀਤੀਆਂ, ਫਿਰ ਵੱਧਦੀਆਂ ਗਈਆਂ, 32 ਹੋ ਗਈਆਂ, 40 ਹੋ ਗਈਆਂ, ਫਿਰ ਲੋਕਾਂ ਨੇ ਆਵਾਮ ਹੀ ਬਣ ਗਿਆ, ਆਮ ਲੋਕਾਂ ਦਾ ਅੰਦੋਲਨ ਬਣ ਗਿਆ। ਉਵੇਂ ਇਹ ਮੋਰਚਾ ਸ਼ੁਰੂ ਅਸੀਂ ਕਰ ਲਿਆ, ਪਰ ਇਹ ਆਮ ਲੋਕਾਂ ਦਾ ਬਣ ਜਾਣਾ, ਆਮ ਲੋਕਾਂ ਨੇ ਲੜਨਾ। ਅੱਜ ਮੇਰੀ ਗੱਲ ਯਾਦ ਰੱਖਿਓ, ਸਾਡੇ ਤੋਂ ਤਾਂ ਪਿੰਡਾਂ 'ਚ ਪੋਸਟਰ ਵੀ ਨਹੀਂ ਲੱਗਣੇ, ਸਾਡੇ ਕੋਲੇ ਕਿਹੜਾ ਕੋਈ ਫੰਡ ਹੈ ਜਾਂ ਕੁਛ ਹੈ। ਲੋਕਾਂ ਨੇ ਆਪੋ ਤਾਂ ਆਪੇ ਕਰ ਦੇਣਾ, ਸਾਰਾ ਕੁਛ ਆਪੇ ਹੀ ਕਰਨਾ, ਲੋਕਾਂ ਨੇ ਆਪੇ ਹੀ ਕਰਨਾ। ਦੂਸਰੀ ਗੱਲ, ਜਿਹੜਾ ਆਪਾਂ ਗੱਲ ਕੀਤੀ ਹੈ ਵੀ ਜਥੇਬੰਦੀਆਂ ਆਪਸ 'ਚ ਵੰਡੀਆਂ ਗਈਆਂ, ਜਾਂ ਜਥੇਬੰਦੀਆਂ ਦਾ ਆਪਸ 'ਚ ਉਹ ਬਣ ਗਿਆ, ਜਾਂ ਉਹਨਾਂ ਨੇ ਅੰਦੋਲਨ ਜਿਹੜਾ ਜਿੱਤਿਆ ਸੀਗਾ ਉਹ ਕਿਤੇ ਨਾ ਕਿਤੇ ਉਹ MSP ਵਾਲੀ ਗੱਲ ਵਿੱਚ ਹੀ ਰਹਿ ਗਈ। MSP ਨੂੰ ਵਿੱਚ ਨਹੀਂ ਛੱਡ ਕੇ ਆਏ। MSP ਤੇ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਬਰਾਬਰ ਦੇ ਮੈਂਬਰ ਹੋਣਗੇ, ਬੈਠ ਕੇ ਫੈਸਲਾ ਲਿਆ ਜਾਊਗਾ। ਜੇ ਉਹ ਫੈਸਲਾ ਸਾਨੂੰ ਨਾ ਮਨਜ਼ੂਰ ਹੋਇਆ ਤੇ ਦੁਬਾਰਾ ਅੰਦੋਲਨ ਕਰਾਂਗੇ। ਤੁਸੀਂ ਚੋਣ ਮੈਦਾਨ 'ਚ ਬਾਅਦ 'ਚ ਉਤਰੇ ਹੋ, ਪਹਿਲਾਂ ਹੀ ਤੁਹਾਡੇ ਤੇ ਟੈਗ ਲੱਗਣ ਲੱਗ ਗਏ ਜੀ ਵੀ ਉਹ ਤਾਂ ਬਾਹਰਲਾ ਬੰਦਾ, ਮੋਹਾਲੀ ਦਾ ਬੰਦਾ ਨਹੀਂ, ਉਹਨੂੰ ਕੀ ਪਤਾ ਪੰਜਾਬ ਬਾਰੇ, ਮੋਹਾਲੀ ਬਾਰੇ ਕੀ ਪਤਾ। ਇਹ ਲੋਕ ਸਵਾਲ ਉਠਾਉਣ ਲੱਗ ਗਏ। 2 ਤਰ੍ਹਾਂ ਦਾ ਭੂਮੀ ਹੁੰਦੀ ਹੈ, ਇੱਕ ਜਨਮ ਭੂਮੀ, ਇੱਕ ਕਰਮ ਭੂਮੀ। 2001 ਦੇ ਵਿੱਚ ਆ ਕੇ ਮੈਂ ਇੱਥੇ ਵਸ ਗਿਆ ਸੀਗਾ। ਇੱਥੋਂ ਦੀ ਮੇਰੀ ਐਜੂਕੇਸ਼ਨ ਹੈ, ਇੱਥੋਂ ਹੀ ਮੈਂ MBA ਕੀਤੀ ਹੈ, MIT ਯੂਨੀਵਰਸਿਟੀ ਮੋਹਾਲੀ 67 ਸੈਕਟਰ ਦੇ ਵਿੱਚ ਹੈ। ਉਸ ਤੋਂ ਬਾਅਦ ਇੱਥੇ ਹੀ ਮੈਂ ਕੰਮਕਾਰ ਕਰਦਾ, ਮੇਰੇ ਬੱਚੇ ਇੱਥੇ ਹੈ, ਮੇਰੀ ਵਾਈਫ ਇੱਥੋਂ ਦੀ ਬੌਰਨ ਹੈ, ਮੇਰੀ ਬੇਟੀ ਇੱਥੇ ਸਕੂਲ 'ਚ ਪੜ੍ਹ ਰਹੀ ਹੈ, ਮੇਰਾ ਬੇਟਾ ਇੱਥੇ ਪੜ੍ਹ ਰਿਹਾ, ਅਤੇ ਮੈਂ ਬਾਹਰਲਾ ਕਿਵੇਂ ਹੋ ਗਿਆ? ਕਿ ਇੱਕ ਜਿੱਥੇ ਜਨਮ ਲੈ ਲਈਏ, ਜੇ ਆਪਾਂ ਕੋਈ NRI ਹੈ, ਅਦਰ ਕੰਟਰੀ ਜਾ ਕੇ ਉਹ MP ਲੜਦਾ, 5-7 ਸਾਲਾਂ ਬਾਅਦ ਉਹ ਲੜਦਾ, ਤਾਂ ਕੀ ਉਹਨੂੰ ਕਹਿਣਗੇ ਵੀ ਤੂੰ ਬਾਹਰਲਾ ਹੈ? ਇਹ ਤਾਂ ਜਿੱਥੇ ਆ ਕੇ ਆਪਾਂ ਕੰਮ ਕਰਨ ਲੱਗ ਜਾਈਏ, ਜਿੱਥੇ ਆਏ। ਦੂਸਰੀ ਗੱਲ, ਜਦੋਂ ਆਪਾਂ ਬਚਾਉਣ ਤਾਂ ਪੰਜਾਬ ਨੂੰ ਚੱਲੇ ਆ, ਪੰਜਾਬ ਦੀ ਗੱਲ ਕਰਨੀ ਹੈ, ਤਾਂ ਫਿਰ ਆਪਾਂ ਇੱਕ ਦੂਜੇ ਨੂੰ ਜ਼ਿਲ੍ਹਿਆਂ 'ਚ ਜਾਂ ਉਹਦੇ 'ਚ ਕਿਵੇਂ ਵੰਡ ਲਾਂਗੇ? ਕੀ ਪੰਜਾਬੀ ਇੱਕ ਦੂਜੇ ਤੋਂ ਵੰਡੇ ਗਏ ਆ? ਨਹੀਂ ਵੰਡੇ ਗਏ। ਜਿੱਥੇ ਮਰਜ਼ੀ ਹੈ ਉਹ ਪੰਜਾਬੀ ਰਹਿੰਦਾ, ਉਹ ਪੰਜਾਬ ਦੀ ਜੇ ਕੋਈ ਗੱਲ ਕਰਦਾ ਉਹਨੇ ਪੰਜਾਬੀ ਰਹਿਣਾ। ਬਿਲਕੁਲ 200% ਮੈਂ ਇਹ ਮੇਰੀ ਕਰਮ ਭੂਮੀ ਹੈ, ਇੱਥੇ ਹੀ ਮੈਂ ਕਹਿੰਦੇ ਹੁਣ ਰਹਿ ਰਿਹਾ ਅਤੇ ਇੱਥੇ ਹੀ ਰਹੂੰਗਾ। ਤੁਹਾਡਾ ਕੋਈ ਸਿਆਸੀ ਤਜਰਬਾ ਨਹੀਂ, ਨਾ ਕੋਈ ਸਿਆਸਤ ਨਾਲ ਵਾਹ ਵਾਸਤਾ। ਤੁਹਾਡਾ ਪਿਛੋਕੜ ਜੇ ਦੇਖੀਏ ਆਪਾਂ, ਜੇ ਦਾਦਕੇ ਦੇਖ ਲਈਏ, ਨਾਨਕੇ ਦੇਖ ਲਈਏ, ਕੋਈ ਸਿਆਸਤ ਵੱਲ ਨਹੀਂ ਹੈਗਾ। ਅਤੇ ਜਿਹੜੀ ਤੁਹਾਡੀ ਟੱਕਰ ਪੈ ਗਈ ਦਿਗਜ਼ ਲੋਕਾਂ ਨਾਲ, ਦਿਗਜ਼ ਲੀਡਰਾਂ ਨਾਲ ਟੱਕਰ ਪੈ ਗਈ। ਬਲਵੀਰ ਸਿੰਘ ਸਿੱਧੂ ਨੇ, ਸਾਬਕਾ ਮਤਲਬ ਮੰਤਰੀ ਨੇ, ਵੱਡੇ ਅਹੁਦੇ 'ਤੇ ਰਹੇ ਨੇ ਕਾਂਗਰਸ ਸਰਕਾਰ ਦੇ ਵਿੱਚ। ਉੱਧਰ ਕੁਲਵੰਤ ਸਿੰਘ ਨੇ, ਧਨਾੜ ਬੰਦੇ ਨੇ, ਉਹ ਵੀ ਜਾਇਦਾਦ ਦਾ, ਪ੍ਰਾਪਰਟੀ ਦਾ ਬਹੁਤ ਵੱਡਾ ਕੰਮ ਹੈ। ਕਿਵੇਂ ਲੱਗਦਾ ਇਹੋ ਜਿਹੇ ਮਾਹੌਲ 'ਚ ਕਿਵੇਂ ਜੰਗ ਲੜੋਗੇ? ਦੇਖੋ, ਜਦੋਂ ਆਪਾਂ ਜੰਗ ਲੜਨੀ ਹੈ ਨਾ, ਜੰਗ ਸਾਡੀ ਕਰਪਸ਼ਨ ਦੇ ਅਗੇਂਸਟ ਹੈ, ਜੰਗ ਅਨਐਮਪਲੋਇਮੈਂਟ ਦੇ ਅਗੇਂਸਟ ਹੈ, ਜੰਗ ਜਾਂ ਜਿਹੜੀਆਂ ਹੋਰ ਮੁੱਦੇ ਪੰਜਾਬ ਦੇ ਉਹਨਾਂ ਦੇ ਅਗੇਂਸਟ ਹੈ। ਮੈਂ ਤਾਂ ਕਦੇ ਇਹ ਦੇਖਿਆ ਨਹੀਂ ਮੇਰੇ ਅਗਲਾ ਲੀਡਰ ਕੌਣ ਹੈ। ਦੂਸਰੀ ਗੱਲ, ਤੁਹਾਨੂੰ ਇੱਕ ਗੱਲ ਦੱਸਾਂ, ਕਿਉਂਕਿ ਮੈਂ ਤਾਂ ਇੱਕ ਪੋਜ਼ਿਟਿਵ ਪੋਲੀਟਿਕਸ ਕਰਨ ਆਇਆ। ਜਦੋਂ ਅਸੀਂ ਦਿੱਲੀ ਗਏ ਸੀਗੇ, ਸਾਨੂੰ ਲੋਕ ਇਹ ਕਹਿੰਦੇ ਸੀ ਵੀ ਸਰਕਾਰ ਬਹੁਤ ਤਕੜੀ ਹੈ, ਸਰਕਾਰ ਬਹੁਤ ਧਨਾੜ ਹੈ, ਸਰਕਾਰ ਨੇ ਤਾਂ ਗੱਲ ਹੀ ਨਹੀਂ ਮੰਨੀ, ਤੁਸੀਂ ਐਵੇਂ ਤੁਰੇ ਜਾਂਦੇ ਆ। ਅਤੇ ਸਰਕਾਰ ਨੇ ਕਿਵੇਂ ਸਾਰੇ ਬਿੱਲ ਰਿਪੀਲ ਕੀਤੇ? ਉਹ ਲੋਕਾਂ ਨੇ ਕਰਾਏ। ਉਹ ਕੋਈ ਨਹੀਂ, ਜਿੱਡੇ ਮਰਜ਼ੀ, ਠੀਕ ਹੈ, ਅਮੀਰ ਬੰਦੇ ਆ, ਉਹਨਾਂ ਨੇ ਸਾਰਾ ਕੁਛ ਸੱਤਾ ਹੰਡਾਈ ਹੈ, ਕਿਸੇ ਨੇ ਮੇਅਰਸ਼ਿਪ ਹੰਡਾਈ ਹੈ, ਪਰ ਵਿਕਾਸ ਉਹਨਾਂ ਨੇ ਕੀਤਾ ਜਿਹੜਾ ਸਿਰਫ ਆਪਣੇ ਘਰ ਦਾ, ਦੋਵੇਂ ਲੀਡਰਾਂ ਨੇ। ਤਾਂ ਅਸੀਂ ਤਾਂ ਵਿਕਾਸ ਲੋਕਾਂ ਦਾ ਕਰਨ ਆਏ ਹਾਂ, ਆਮ ਲੋਕਾਂ ਦੀ ਆਵਾਜ਼ ਬਣ ਕੇ ਆਏ ਹਾਂ, ਆਮ ਲੋਕਾਂ ਦੀ ਆਵਾਜ਼ ਬਣ ਕੇ ਰਵਾਂਗੇ। 200% ਡਟਮਾ ਮੁਕਾਬਲਾ ਦੇਵਾਂਗੇ, ਕਿਉਂਕਿ ਲੋਕ ਸਾਡੇ ਨਾਲ ਹੈ। ਬੇਸ਼ੱਕ ਉਹਨਾਂ ਕੋਲੇ ਪੈਸਾ ਹੈ, ਸਾਡੇ ਕੋਲੇ ਲੋਕ ਹੈ ਜੀ। ਅਤੇ ਤੁਹਾਨੂੰ ਕੀ ਲੱਗਦਾ ਵੀ ਹਲਕੇ ਦੇ ਵਿੱਚ ਕਿੱਥੇ ਤੱਕ ਪਹੁੰਚ ਕਰ ਲਓਗੇ? ਕਿੰਨੇ ਕੁ ਵੋਟਰ ਤੱਕ ਤੁਹਾਡਾ ਜਿਹੜਾ ਮੈਸੇਜ ਹੈ ਲੋਕਾਂ ਨੂੰ ਜੋੜ ਸਕੋਗੇ? ਕਿਉਂਕਿ ਸਮਾਂ ਬਹੁਤ ਥੋੜ੍ਹਾ ਹੈ। ਸਮਾਂ ਤਾਂ ਦੇਖੋ, ਮੈਂ ਮੰਨਦਾ ਵੀ ਹੁਣ ਤਾਂ 20 ਤੱਕ ਕਰਤਾ, ਕੁਛ ਦਿਨ ਵੱਧ ਗਏ ਸਾਡੇ ਕੋਲੇ। ਚਲੋ, ਦੂਜੀਆਂ ਪਾਰਟੀਆਂ ਕੋਲ ਤਜਰਬਾ ਵੀ ਹੈ, ਸਾਧਨ ਵੀ ਨੇ, ਸਾਰਾ ਕੁਛ ਹੈ। ਜਦੋਂ ਇੱਕ ਵਿਧੀ ਬਣਾਉਂਦਾ ਹੁੰਦਾ ਪ੍ਰਮਾਤਮਾ, ਜਦੋਂ ਵਿਧੀ ਬਣਾ ਦੇ ਉਹ ਲੋਕ ਵੀ ਜੋੜ ਦਿੰਦਾ।
ਉਹ ਬਾਕੀ ਚੀਜ਼ਾਂ ਦੀ ਵਿਧੀ ਵੀ ਬਣਾ ਦਿੰਦਾ। ਜੇ ਉਹਨੇ ਇੱਥੋਂ ਤੱਕ ਲੈ ਕੇ ਆਂਦਾ ਸਾਨੂੰ, ਜੇ ਪੰਜਾਬ ਦੇ ਕਿਤੇ ਪੰਜਾਬ ਨੂੰ ਬਚਾਉਣ ਦੀ ਗੱਲ ਅਸੀਂ ਕੀਤੀ ਹੈ, ਜੇ ਉਹ ਸਾਨੂੰ ਪਿੱਛੇ ਕਿਤੇ ਸੋਚ ਆਈ ਜਾਂ ਉਹਨੇ ਤੋਰਿਆ ਸਾਨੂੰ ਹੱਥ ਦੇ ਕੇ, ਅੱਗੇ ਵੀ ਉਹੀ ਤੋਰੂਗਾ। ਆਮ ਲੋਕਾਂ ਤੱਕ ਅਸੀਂ ਪਹੁੰਚ ਕਰਨ ਲੱਗ ਗਏ। 3v2 ਅੱਜ ਜਿਵੇਂ ਡੋਰ ਟੂ ਡੋਰ ਹੋਈ ਜਾਂਦਾ, ਹੋਰ ਜਗ੍ਹਾ ਡੋਰ ਟੂ ਡੋਰ, ਕਿਉਂਕਿ ਅਸੀਂ ਵੱਡੀਆਂ ਰੈਲੀਆਂ ਤਾਂ ਕਰ ਨਹੀਂ ਸਕਦੇ, ਨਾ ਸਾਡੇ ਕੋਲ ਇੰਨਾ ਖਰਚਾ ਵਰਚਾ ਹੈ ਜਿਹੜਾ ਇਹਨਾਂ ਨਾਲ ਅਸੀਂ ਵੱਡੀਆਂ ਸਕਰੀਨਾਂ ਲਾ ਦਈਏ, ਉਹ ਲਾ ਦਈਏ। ਅਸੀਂ ਤਾਂ ਲੋਕਾਂ ਨੂੰ ਜਿਹੜੀ ਸੱਚ ਦੀ ਗੱਲ ਆ ਉਹ ਕਰਦੇ ਰਵਾਂਗੇ। ਸੋਸ਼ਲ ਰਵਾਇਤੀ ਪਾਰਟੀਆਂ ਦੇ ਚਿੰਨ੍ਹ ਜਿਹੜੇ ਨੇ ਪੰਜਾ ਤੱਕੜੀ, ਉਹ ਤਾਂ ਲੋਕਾਂ ਦੇ ਦਿਲਾਂ 'ਚ ਪਹਿਲਾਂ ਹੀ ਬੈਠੇ ਨੇ, ਮਤਲਬ ਉਹਨਾਂ ਨੂੰ ਪਤਾ ਵੀ ਆ ਤੱਕੜੀ ਕਾਂਗਰਸ ਅਕਾਲੀ ਦਲ ਦੀ ਹੈ, ਪੰਜਾ ਕਾਂਗਰਸ ਦਾ। ਤੁਹਾਡਾ ਹਾਲੇ ਪਾਰਟੀ ਦਾ ਚੋਣ ਨਿਸ਼ਾਨ ਵੀ ਨਹੀਂ ਆਇਆ। ਦੇਖੋ, ਪਾਰਟੀ ਦਾ ਚੋਣ ਨਿਸ਼ਾਨ ਜਿਸ ਦਿਨ ਆ ਗਿਆ, ਲੋਕਾਂ ਨੂੰ ਅਵੇਅਰਨੈਸ ਹੀ ਇੰਨੀ ਕ੍ਰੀਏਟ ਕਰ ਦੇਣੀ ਹੈ, ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਨੂੰ ਪਾਉਣਾ। ਕੋਈ ਵੀ ਚੋਣ ਨਿਸ਼ਾਨ ਜਿਹੜਾ ਆਉਣਾ 2 4 5 ਦਿਨਾਂ 'ਚ ਆ ਜਾਊਗਾ। ਦੂਸਰੀ ਗੱਲ, ਨਾ ਤਾਂ ਤੱਕੜੀ ਲੋਕਾਂ ਦੇ ਦਿਲਾਂ 'ਚ ਰਹੀ ਹੈ ਤੇ ਨਾ ਪੰਜਾ ਰਿਹਾ। ਪੰਜੇ ਤੇ ਤੱਕੜੀ ਦੋਵੇਂ ਲੋਕਾਂ ਦੇ ਦਿਲਾਂ 'ਚੋਂ ਨਿਕਲ ਗਿਆ ਤੇ ਝਾੜੂ ਬਾਕੀ ਜਗ੍ਹਾ ਫਿਰ ਗਿਆ। ਸੋ ਹੁਣ ਇਹ ਹੈ ਵੀ ਜਿਹੜਾ ਹੁਣ ਇਕੱਲੇ ਜੇ ਕੋਈ ਵਸਦਾ ਲੋਕਾਂ ਦੇ ਦਿਲਾਂ ਦੇ ਵਿੱਚ, ਉਹ ਕਿਸਾਨ ਤੇ ਆਮ ਵਰਗ ਵਗਦਾ, ਆਮ ਵਪਾਰੀ ਵਸਦਾ, ਆਮ ਮਜ਼ਦੂਰ ਵਸਦਾ ਲੋਕਾਂ ਦੇ ਦਿਲਾਂ ਦੇ ਵਿੱਚ। ਝਾੜੂ ਨਾਲ ਕਿਉਂ ਸਹਿਮਤੀ ਨਹੀਂ ਬਣ ਸਕੀ? ਰਾਜੇਵਾਲ ਸਾਹਿਬ ਕਿਤੇ ਨਾ ਕਿਤੇ ਮੁੱਖ ਮੰਤਰੀ ਦਾ ਚੱਕਰ ਸੀ ਜਾਂ ਕੀ ਰੌਲਾ ਕੀ ਸੀ, ਝਾੜੂ ਵਾਲਿਆਂ ਨਾਲ ਸਹਿਮਤੀ ਨਹੀਂ ਬਣ ਸਕੀ? ਦੇਖੋ, ਕਈ ਜਗ੍ਹਾ ਜਿਹੜੇ ਸਿਧਾਂਤ ਤੇ ਚੱਲਦੇ ਆ, ਉਹ ਫਿਰ ਸਿਧਾਂਤ ਪੂਰੇ ਅਪਣਾਉਣੇ ਪੈਂਦੇ ਆ। ਆਪਣਾ ਪਹਿਲੇ ਦਿਨ ਇਹ ਸੀਗਾ ਵੀ ਕੋਈ ਵੀ ਇਹੋ ਜਿਹੀ ਜਿਹੜੀ ਕੁਰੀਤੀਆਂ ਆ ਰਹੀਆਂ ਰਾਜਨੀਤੀ 'ਚ, ਉਹਨਾਂ ਨੂੰ ਦੂਰ ਕੀਤਾ ਜਾਵੇ। ਕੋਈ ਸਾਫ਼ ਸੁਥਰੀ ਰਾਜਨੀਤੀ, ਨਵੇਂ ਮੁੰਡਿਆਂ ਨੂੰ ਵੀ ਮੌਕਾ ਮਿਲੇ। ਇਹ ਨਹੀਂ ਵੀ ਦਾਦੇ ਤੋਂ ਬਾਅਦ ਉਹਦਾ ਬੇਟਾ ਆ ਗਿਆ, ਉਦੋਂ ਬਾਅਦ ਪੋਤਾ ਆ ਗਿਆ। ਨਵੇਂ ਮੁੰਡੇ ਆਪ ਚਾਹੇ ਸੀ, ਸਾਨੂੰ ਵੀ ਲੱਗਦਾ ਸੀ ਇਹਨਾਂ ਨੂੰ ਟਿਕਟਾਂ ਦੇਣਗੇ, ਪਰ ਉਹਨਾਂ ਤੋਂ ਕੱਲੀਆਂ ਦਰੀਆਂ ਵਿਛਾਈਆਂ। ਟਿਕਟਾਂ ਇੱਕ ਦਿਨ ਪਹਿਲਾਂ ਬੰਦਾ ਜੁਆਇਨ ਹੁੰਦਾ, ਅਗਲੇ ਦਿਨ ਉਹਨੂੰ ਟਿਕਟ ਦਿੱਤੀ ਜਾਂਦੀ ਹੈ। ਤੇ ਜਿਹੜੇ ਮੁੰਡਿਆਂ ਨੇ ਕੰਮ ਕੀਤਾ ਸੀ, ਇੱਥੇ ਮੋਹਾਲੀ ਦੀ ਐਗਜ਼ਾਮਪਲ ਹੀ ਲੈ ਲਓ, ਜਿਹੜੇ ਇੱਥੇ 5-6 ਮੁੰਡਿਆਂ ਤੋਂ 5-7 ਸਾਲ ਕੰਮ ਕਰਾਉਂਦੇ ਰਹੇ, ਪੋਸਟਰ ਲਵਾਉਂਦੇ ਰਹੇ ਵੀ ਹੁਣ ਆ ਗਿਆ ਪੋਸਟਰ, ਇਹ ਲਾ ਦਿਓ, ਹੁਣ ਆਹ ਵਾਅਦੇ ਦਾ ਆ ਗਿਆ, ਇਹ ਲਾ ਦਿਓ। ਹਰ ਤੋਂ ਲਵਾਉਂਦੇ ਰਹੇ ਤੇ ਹਰ ਨੂੰ ਇਹ ਕਹਿੰਦੇ ਰਹੇ ਵੀ ਕੋਈ ਨਹੀਂ, ਤੇਰੀ ਟਿਕਟ ਪੱਕੀ ਹੈ। ਲਾਸਟ ਦਿਨ ਕੀ ਹੁੰਦਾ, ਟਿਕਟ ਅਨਾਉਂਸ ਤੋਂ ਕਰਨ ਤੋਂ ਇੱਕ ਦਿਨ ਪਹਿਲਾਂ ਬੰਦਾ ਆਉਂਦਾ ਜਿਹੜਾ ਪਹਿਲਾਂ ਹੋਰ ਕਿਸੇ ਲੀਡਰਾਂ ਤੋਂ ਲੱਡੂ ਖਾ ਚੁੱਕਿਆ ਹੁੰਦਾ, ਉਹ ਇੱਧਰ ਆ ਕੇ ਉਹਨੂੰ ਜੁਆਇਨ ਕਰਾਉਂਦੇ। ਤੇ ਉਹ ਇੱਕ ਇਹਨਾਂ ਨੇ ਬੜਾ ਵਧੀਆ ਚੀਜ਼ ਲਾਈ ਹੈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹਨੇ ਉਹ ਪਾ ਲਿਆ ਨਾ ਗਲ 'ਚ, ਤੇ ਉਹਦੇ ਸਾਰੇ ਪਿਛਲਿਆ ਕੀਤਾ ਕਰਾਇਆ ਧੁੱਲ ਜਾਂਦਾ, ਉਹ ਦੁੱਧ ਧੋਤਾ ਹੋ ਜਾਂਦਾ, ਉਹਦੇ ਤੇ ਸਾਰੇ ਦਾਗ ਮਿਟ ਜਾਂਦੇ ਆ, ਤੇ ਉਦੋਂ ਆਮ ਬੰਦਾ ਰਹਿੰਦਾ ਹੀ ਨਹੀਂ। ਬੇਸ਼ੱਕ ਉਹ ਬਹੁਤ ਕਰੋੜੀ ਫਰਮ ਹੋਵੇ ਤੇ ਉਹ ਬੰਦਾ ਆਮ ਬਣ ਜਾਂਦਾ। ਇਹ ਪਤਾ ਨਹੀਂ ਕਿਹੜਾ ਫਾਰਮੂਲਾ ਕਿੱਥੋਂ ਲੈ ਕੇ ਕੇਜਰੀਵਾਲ ਸਾਹਿਬ, ਵੀ ਆਮ ਲੋਕ ਤਾਂ ਉਹ ਹੁੰਦੇ ਜਿਹੜੇ ਸਾਡੇ ਵਰਗੇ ਆਮ ਪਰਿਵਾਰਾਂ 'ਚੋਂ ਨਿਕਲੇ, ਜਾਂ ਜਿਹੜੇ ਮੁੰਡਿਆਂ ਨੇ ਇੱਥੇ ਕੰਮ ਕੀਤਾ ਸੀ, ਜਾਂ ਤੁਸੀਂ ਕਿਸੇ ਹਲਕੇ 'ਚ ਕੰਮ ਲਾ ਲਓ, ਉਹ ਆਮ ਮੁੰਡੇ ਹੁੰਦੇ। ਇਹ ਆਮ ਬੰਦੇ ਨਹੀਂ ਹੁੰਦੇ ਵੀ ਕਿਸੇ ਦੇ ਪਰਨਾ ਪਾ ਦਿਓ ਤੇ ਉਹ ਆਮ ਬਣ ਜਾਂਦਾ। ਤੇ ਤੁਹਾਨੂੰ ਕੀ ਲੱਗਦਾ ਵੀ ਟੱਕਰ ਤੁਹਾਡੀ ਇੱਥੇ ਕਿਹੜੀ ਪਾਰਟੀ ਨਾਲ ਹੈ? ਕਿਉਂਕਿ ਸਾਰੀਆਂ ਪਾਰਟੀਆਂ ਆਪੋ ਆਪਣੇ ਤਰੀਕੇ ਦਾਅਵੇ ਵਿੱਚ ਲਾ ਰਹੀਆਂ ਨੇ। ਰਵਨੀਤ ਦੀ ਟੱਕਰ ਐਜ਼ ਏ ਨੌਜਵਾਨ ਤੁਸੀਂ ਕਿਹਦੇ ਨਾਲ ਸਮਝਦੇ ਹੋ? ਰਵਨੀਤ ਦੀ ਟੱਕਰ ਸਿਰਫ ਜਿਹੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਉਹਨਾਂ ਨਾਲ, ਰਵਨੀਤ ਦੀ ਟੱਕਰ ਕਰਪਸ਼ਨ ਨਾਲ, ਰਵਨੀਤ ਦੀ ਟੱਕਰ ਉਹ ਇੰਪਲੋਈਜ਼ ਆ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਇਹਨਾਂ ਨੇ ਠੇਕੇ 'ਤੇ ਭਰਤੀ ਕੀਤਾ, ਉਹਨਾਂ ਦੀ ਆਵਾਜ਼ ਹੈ ਰਵਨੀਤ। ਤੇ ਰਵਨੀਤ ਦੀ ਟੱਕਰ ਉਹ ਸਾਰਾ ਜਿਹੜਾ ਲਾਅ ਐਂਡ ਆਰਡਰ ਇਸ ਸਿਟੀ ਦੇ ਵਿੱਚ ਖਰਾਬ ਹੋ ਰਿਹਾ ਉਹਦੀ ਹੈ। ਰਵਨੀਤ ਦੀ ਟੱਕਰ ਉਹਨਾਂ ਨਾਲ ਆ ਵੀ ਜਿਹੜੇ ਪਿੰਡ ਦੇ ਆਸੇ-ਪਾਸੇ ਵਾਲੀ ਜ਼ਮੀਨ ਐਕਵਾਇਰ ਕਰ ਲੈਂਦੇ ਆ, ਪਰ ਪਿੰਡ ਨੂੰ ਕਦੇ ਉਹਨਾਂ ਨੇ ਡਿਵੈਲਪ ਨਹੀਂ ਕੀਤਾ। ਰਵਨੀਤ ਦੀ ਟੱਕਰ ਉਹਨਾਂ ਨਾਲ ਹੈ। ਰਵਨੀਤ ਦੀ ਟੱਕਰ ਕਿਸੇ ਲੀਡਰ ਨਾਲ ਹੈ ਹੀ ਨਹੀਂ। ਸਾਡੀ ਟੱਕਰ ਤਾਂ ਮੁੱਦਿਆਂ ਦੀ ਹੈ। ਸਾਡੀ ਟੱਕਰ ਤਾਂ ਜਿਹੜੇ ਇਹ ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਉਹਦੇ ਨਾਲ ਹੈ। ਤੇ ਜਿਹੜੇ ਕਿਸਾਨ ਚੋਣਾਂ ਨਹੀਂ ਲੜ ਰਹੇ, ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਤੁਸੀਂ, ਉਹ ਤਾਂ ਕਹਿੰਦੇ ਅਸੀਂ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਵਾਪਸ ਆ ਜਾਓ, ਆਪਾਂ ਹਲੇ MSP ਦੀ ਲੜਾਈ ਲੜਨੀ ਹੈ, ਤੁਸੀਂ ਵੀ ਉਹਨਾਂ ਤੱਕ ਪਹੁੰਚ ਕਰ ਰਹੇ ਹੋ ਵੀ ਨਹੀਂ ਭਾਈ ਆਪਾਂ ਇੱਕ ਸਿਸਟਮ ਬਦਲ ਕੇ ਦੇਖ ਲਈਏ? ਦੇਖੋ, ਸਾਡੇ ਪਰਿਵਾਰ ਦੇ ਮੈਂਬਰ ਆ, ਸਾਡੀ ਗੱਲਬਾਤ ਹੋ ਚੁੱਕੀ ਹੈ, 200% ਸਾਡੀ ਸਪੋਰਟ ਕਰਨਗੇ। ਅੰਦਰ ਖਾਤੇ ਗੱਲ ਹੋਊਗੀ। ਜਿਵੇਂ ਇਹ ਪਰਿਵਾਰ ਦੇ ਵਿੱਚ ਕਈ ਗੱਲਾਂ ਹੁੰਦੀਆਂ ਵੀ ਜੱਗ ਜ਼ਾਹਰ ਕਰਨੀਆਂ ਹੁੰਦੀਆਂ, ਕਈ 2 ਭਰਾ ਅੰਦਰ ਵੜ ਕੇ ਕਰ ਲੈਂਦੇ ਆ, ਉਹ 2 ਭਰਾ ਅੰਦਰ ਵੜ ਕੇ ਅਸੀਂ ਗੱਲ ਕੀਤੀ ਹੈ। ਉਹ ਸਾਰੇ ਬੰਦੇ ਸਾਡੇ ਨਾਲ ਆ। ਚਡੂਨੀ ਸਾਹਿਬ ਸਾਡੇ ਨਾਲ ਆ ਗਏ। ਸਾਡਾ ਇੱਕ ਜਿਹੜਾ ਦੇਖੋ ਵੀ ਸਾਰਾ ਅੰਦੋਲਨ ਸਮੇਟ ਲਿਆ ਸੀ, ਇਕੱਠਾ ਕਰ ਲਿਆ, ਜਿਹਨੂੰ ਇਹਨਾਂ ਨੇ ਖੇਰੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਜਿਹੜੇ ਚਡੂਨੀ ਸਾਹਿਬ ਨੇ ਉਹ ਪਹਿਲਾਂ ਹੀ ਮਤਲਬ ਚੋਣਾਂ ਲੜਨ ਦਾ ਪਹਿਲਾਂ ਹੀ ਉਹਨਾਂ ਨੇ ਬਿਗਲ ਵਜਾਤਾ ਸੀ ਵੀ ਮੈਂ ਚੋਣਾਂ ਲੜਨੀਆਂ ਨੇ। ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਸਸਪੈਂਡ ਵੀ ਕਰਦਾ ਰਿਹਾ। ਜਿਹੜੀਆਂ ਧਿਰਾਂ ਹੁਣ ਚੋਣਾਂ ਲੜ ਰਹੀਆਂ ਨੇ ਉਹੀ ਸਸਪੈਂਡ ਕਰਨ 'ਚ ਸੀਗੀਆਂ। ਉਹ ਕਿਤੇ ਨਾ ਕਿਤੇ ਉਹਨਾਂ ਨੂੰ ਉਦੋਂ ਪਰਿਵਾਰ ਦੀ ਗੱਲ ਕਿੱਥੇ ਗਈ ਸੀ? ਮੈਂ ਦੱਸਦਾ ਕੀ ਹੁੰਦਾ, ਜਦੋਂ ਆਪਣੇ ਕੋਲ ਮੁੱਦੇ ਵੱਡੇ ਹੋਣ, ਆਪਾਂ ਅੰਦੋਲਨ ਲੜ ਰਹੇ ਸੀਗੇ, ਉੱਥੇ ਜੇ ਆਪਾਂ ਆਪਦਾ 100% ਨਾ ਦਿੰਦੇ, ਜੇ ਉਦੋਂ ਹੀ ਆਪਾਂ ਚੋਣਾਂ ਵੱਲ ਧਿਆਨ ਕਰ ਲੈਂਦੇ ਤਾਂ ਜਿਹੜੇ ਮੁੱਦੇ ਆਪਾਂ ਲੈ ਕੇ ਗਏ ਸੀਗੇ, ਦਿੱਲੀ ਦੇ ਵਿੱਚ ਬੈਠੇ ਸੀ, ਅੰਦੋਲਨ ਕਰੀ ਜਾਂਦੇ ਸੀ, ਉਹਨਾਂ ਤੇ ਆਪਣਾ ਧਿਆਨ ਭਟਕ ਜਾਣਾ ਸੀ। ਇੱਧਰ ਨੂੰ ਭੱਜਣਾ ਸੀ, ਕਦੇ ਉੱਧਰ ਨੂੰ ਭੱਜਣਾ ਸੀ, ਕਦੇ ਇੱਧਰ। ਇਸੇ ਕਰਕੇ ਉਹਨਾਂ ਨੂੰ ਕਿਹਾ ਸੀਗਾ ਵੀ ਸਹੀ ਸਮਾਂ ਆਉਣ ਤੇ ਸਹੀ ਡਿਸੀਜਨ ਲਈਦਾ ਹੁੰਦਾ। ਜਦੋਂ ਸਾਨੂੰ ਲੱਗਿਆ ਵੀ ਹੁਣ ਆਪਾਂ ਅੰਦੋਲਨ ਜਿੱਤ ਲਿਆ, ਵਾਪਸ ਆਉਂਦੇ ਲੋਕਾਂ ਨੇ ਸਾਨੂੰ ਅਪੀਲ ਕੀਤੀ, ਫਿਰ ਅਸੀਂ ਡਿਸੀਜਨ ਲਿਆ। ਪਹਿਲਾਂ ਜਿਹੜਾ ਸੀ ਉਦੋਂ ਟਾਈਮ ਨਹੀਂ ਸੀ ਇਹ ਡਿਸੀਜਨ ਦਾ। ਤੇ ਮੋਹਾਲੀ ਦੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਗਲੋਬਲ ਪੰਜਾਬ TV ਦੇ ਮਾਧਿਅਮ ਰਾਹੀਂ ਤੁਹਾਨੂੰ ਸੁਣ ਰਹੇ ਨੇ?
ਦੇਖੋ ਮੈਂ ਤਾਂ ਇੱਕ ਇਹੀ ਅਪੀਲ ਕਰਨਾ ਚਾਹੁੰਦਾ ਵੀ ਆਮ ਪਰਿਵਾਰਾਂ ਦੇ ਵਿੱਚੋਂ ਅਸੀਂ ਨਿਕਲੇ ਹੋਏ ਹਾਂ। ਖੇਤੀਬਾੜੀ ਸਾਡਾ ਮੁੱਖ ਧੰਦਾ ਹੈ। ਉਸ ਤੋਂ ਬਾਅਦ ਚਲੋ ਮਾੜੇ ਮੋਟੇ ਕੰਮ ਜਿਵੇਂ ਕਹਿੰਦੇ ਹੁੰਦੇ ਅਸੀਂ ਕਰਦੇ ਰਹੇ। ਤਾਂ ਅੱਜ ਲੋੜ ਹੈ ਇੱਕ ਆਪਾਂ ਰਲ ਮਿਲ ਕੇ ਨਵੇਂ ਚਿਹਰਿਆਂ ਨੂੰ ਲੈ ਕੇ ਆਈਏ। ਸਾਨੂੰ ਇੱਕ ਇੱਕ ਮੌਕਾ ਜ਼ਰੂਰ ਦਿਓ, ਕਿਉਂਕਿ 75 ਸਾਲਾਂ ਤੋਂ ਵਾਰੀਆਂ ਜਿਹੜੀਆਂ ਬੰਨੀਆਂ ਹੋਈਆਂ ਉਹ ਵਾਰੀਆਂ ਤੋੜ ਲਈਏ। ਆਪਾਂ ਨੂੰ ਪਤਾ ਤਾਂ ਲੱਗੇ ਵੀ ਜਿਹੜਾ ਇਹ ਬਲੈਕ ਬਾਕਸ ਰੱਖਿਆ ਜਿਹਦੀ ਵਾਰੀ ਆਉਂਦੀ ਉਹ ਚੱਕ ਕੇ ਰੱਖ ਲੈਂਦਾ ਤੇ ਉਹਦੇ ਵਿੱਚ ਪੰਜਾਬ ਦਾ ਕਰਜ਼ੇ 'ਚ ਡੁੱਬੀ ਜਾਂਦਾ ਪੰਜਾਬ, ਉਹਨੂੰ ਆਪਾਂ ਬਚਾ ਲਈਏ। ਆਪਾਂ ਪੰਜਾਬ ਨੂੰ ਸਿੱਧੀ ਲੀਹ 'ਤੇ ਲੈ ਜਾਈਏ। ਇਹ ਕਿਵੇਂ ਲੈ ਕੇ ਜਾ ਸਕਦੇ ਹਾਂ? ਜਿਵੇਂ ਆਪਾਂ ਅੰਦੋਲਨ ਜਿੱਤਿਆ, ਤੁਸੀਂ ਆਮ ਲੋਕਾਂ ਨੇ, ਤੁਸੀਂ ਲੋਕ ਹੀ ਇਹ ਇਲੈਕਸ਼ਨ ਲੜੋਗੇ। ਮੈਂ ਤਾਂ ਇੱਕ ਕਹਿੰਦੇ ਰਹਿਨੁਮਾਈ ਕਰਨ ਆਇਆ, ਜਿਵੇਂ ਉੱਥੇ ਲੀਡਰਾਂ ਨੇ ਕੀਤੀ ਸੀਗੀ। ਤੁਹਾਡਾ ਇਲੈਕਸ਼ਨ ਹੈ, ਤੁਸੀਂ ਲੜਨਾ ਤੇ ਤੁਸੀਂ ਮੇਰਾ ਸਾਥ ਦੇਣਾ। ਸੋਸ਼ਲ ਮੀਡੀਆ ਤੇ ਦਿਓ, ਨਾ ਹੀ ਸਾਨੂੰ ਕਿਸੇ ਫੰਡ ਦੀ ਲੋੜ ਹੈ ਨਾ ਕਿਸੇ ਚੀਜ਼ ਦੀ, ਸਿਰਫ ਸੋਸ਼ਲ ਮੀਡੀਆ ਤੇ ਪ੍ਰਮੋਟ ਕਰੀ ਜਾਓ ਤੇ ਆਪਦੇ ਰਿਸ਼ਤੇਦਾਰਾਂ ਨੂੰ ਕਾਲ ਕਰੀ ਜਾਓ। ਸੋ ਇਹ ਸਨ ਰਵਨੀਤ ਸਿੰਘ ਬਰਾੜ, ਜਿਹੜੇ ਸੰਯੁਕਤ ਸਮਾਜ ਮੋਰਚਾ ਵੱਲੋਂ ਹਲਕਾ ਮੋਹਾਲੀ ਤੋਂ ਉਮੀਦਵਾਰ ਨੇ। ਇਹ ਉਹ ਨੌਜਵਾਨ ਹੈ ਜਿਹੜਾ ਜਦੋਂ ਕਿਸਾਨਾਂ ਦੀ ਜਿਹੜੀ ਲੜਾਈ ਚੱਲ ਰਹੀ ਸੀ ਖੇਤੀ ਬਿੱਲਾਂ ਦੇ ਵਿਰੁੱਧ, ਤੇ ਇਹ ਉਦੋਂ ਜਿਹੜੀ ਉੱਥੇ ਪਾਰਲੀਮੈਂਟ ਲੱਗੀ ਸੀ ਉਹਦੇ ਵਿੱਚ ਇਹਨਾਂ ਨੇ ਖੇਤੀ ਮੰਤਰੀ ਦਾ ਰੋਲ ਨਿਭਾਇਆ ਸੀ ਤੇ ਉੱਥੇ ਆਪਣਾ ਜਿਹੜਾ ਅਸਤੀਫਾ ਦੇ ਕੇ ਆ ਗਏ ਸੀਗੇ। ਤੇ ਭਾਵੇਂ ਕਿ ਉਹ ਜਿਹੜੀ ਚੀਜ਼ ਹੈ ਉਹਦੇ ਨਾਲ ਅਸਤੀਫਾ ਦੇ ਕੇ ਵਾਪਸ ਆ ਗਏ ਸੀ, ਕਮ ਸੇ ਕਮ ਲੋਕਾਂ ਨੂੰ ਇੱਕ ਇਹਨਾਂ ਨੇ ਮੈਸੇਜ ਦਿੱਤਾ ਸੀ ਕਿ ਜਿਹੜਾ ਖੇਤੀ ਮੰਤਰੀ ਆ ਉਹ ਅਸਤੀਫਾ ਦੇ ਕੇ ਵਾਪਸ ਆ ਜਾਏ। ਤੇ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਹੋਣ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਇਸ ਨੌਜਵਾਨ ਨੇ। ਇਹ ਹੁਣ ਆਉਣ ਵਾਲਾ ਸਮਾਂ ਦੱਸੂ ਕਿ ਕੌਣ ਇੱਥੋਂ ਜਿੱਤਦਾ, ਕੌਣ ਹਾਰਦਾ। ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਪੰਜੋਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।